ਵਾਹ ਜੀ ਅੱਲਾਹ ਪਾਕ ਦਾ ਸ਼ੁਕਰ ਹੈ, ਸਭ ਕੁਝ ਇਹਨਾਂ ਤੇ ਖਾਣ ਦੇ, ਇਹਨਾਂ ਤੇ ਪਾਣ ਦੇ ਆ ਤੇ ਇਹਨਾਂ ਦੀ ਕੋਈ ਜ਼ਮੀਨ ਨਹੀਂ ਸਾਡੀ, ਇਹਨਾਂ ਦੇ ਕਰਮਾਂ ਵਾਲੀਆਂ ਦੇ ਸਿਰ ਤੇ ਖਾਣੇ ਪੀਣੇ ਆ। ਮਾਲਕ ਦਾ ਸ਼ੁਕਰ ਹੈ। ਆ ਲੋਕੀ ਕਰੋਨਾ ਦੇ ਵਿੱਚ ਫਸੇ ਨੇ, ਸਾਨੂੰ ਰੱਬ ਉਂਝ ਦੇਣ ਜਾਂਦੇ ਖਾਣੇ ਆ। ਸੁਬਾਹ 2-3 ਹਜ਼ਾਰ ਦਾ ਦੁੱਧ ਵੇਚੀਦਾ, ਬੱਚਾ ਲੇਲਾ ਵੇਚ ਲਈ ਦਾ, ਜੰਮਦਾ ਹੀ ਲੇਲੀਆਂ ਪਾਲ ਲੈਨੇ ਅਸੀਂ। ਇੱਥੇ ਹੁਣ ਡਾਕਟਰਾਂ ਨਾਲ ਬਹੁਤਾ ਕੋਰਸਾਂ ਅਸੀਂ ਆਪ ਕਰਨਾ। ਮਸਲਨ ਕੋਈ ਭਾਰੂ ਬਿਮਾਰ ਹੋ ਜੇ, ਨਵੇਂ ਬੰਦੇ ਨੇ ਡਾਕਟਰ ਨੂੰ ਸੱਦਣਾ, ਡਾਕਟਰ ਨੇ 50 ਰੁਪਏ ਦਾ ਟੀਕਾ ਲਾਣਾ, ਰੁਪਈਆ 500 ਲੈਣਾ, ਕਿਰਾਇਆ ਪੈਣਾ। ਤੇ ਅਸੀਂ ਆਪ ਹੀ ਸਭ ਕੁਝ ਕਰਨੇ ਆ, ਟੀਕੇ ਵਗੈਰਾ ਸਭ ਕੁਝ ਜੋ ਵੀ ਲਿਆਣਾ ਆਪ ਹੀ ਲਿਆ ਕੇ ਲਾਣੇ ਲੋਨੇ। ਸੁੱਕੀ ਪਾਉਂਦੇ ਆ, ਭੇ ਕੇ ਨਹੀਂ ਇਸਤੇਮਾਲ ਕਰਾਂਗੇ ਕਿ ਸੌਣ ਭਾਦਰੋਂ ਦੇ ਮਹੀਨੇ 'ਚ ਪਾਈ ਦੀ, ਜਿਹੜੀਆਂ ਬੱਕਰੀਆਂ ਦੁੱਧ ਦਿੰਦੀਆਂ ਉਹਨਾਂ ਨੂੰ, ਕਿਉਂਕਿ ਉਹ ਬੱਕਰੀਆਂ ਅੱਗੋਂ ਬਣ ਗਈਆਂ ਹੁੰਦੀਆਂ ਨੇ, ਫਿਰ ਉਹ ਗਰਮ ਕਣਕ ਖਾ ਕੇ ਕੋਈ ਤਰੂ ਜਾਂਦੀਆਂ, ਕੋਈ ਪਰਤ ਜਾਂਦੀਆਂ, ਫਿਰ ਭੇ ਕੇ ਪਾਉਂਦੇ ਆ। ਭਾਈ ਇਹ ਬੀਤਲ ਦਾ ਤੇ ਨਾਗਰੀ ਦਾ ਜਦੋਂ ਕ੍ਰਾਸ ਪੈਂਦਾ ਨਾ, ਉਹਨਾਂ 'ਚ ਅੱਗੋਂ ਪੱਠਾਂ ਬੜੀਆਂ ਕਮ ਖੂਬਸੂਰਤ ਵੀ ਪੈਦਾ ਹੁੰਦੀਆਂ ਨੇ, ਅੱਗੋਂ ਦੁੱਧ ਵੀ ਜ਼ਿਆਦਾ ਦਿੰਦੀਆਂ ਨੇ। ਜਦੋਂ ਅੱਗੋਂ ਬੱਕਰੀ ਸੂੰਦੀ ਹੈ, ਫਿਰ ਬੱਚੇ ਨੂੰ ਦੁੱਧ ਥੋੜਾ ਜਿਹਾ ਬੱਕਰੀ ਥੱਲੋਂ ਚੋ ਕੇ ਤੇ ਫਿਰ ਉਸ ਤੋਂ ਬਾਅਦ ਦੁੱਧ ਪਿਆਇਆ ਜਾਏ, ਕਿਉਂਕਿ ਉਹ ਗਰਮ ਦੁੱਧ ਜਦੋਂ ਬੱਕਰੀਆਂ ਬਾਹਰੋਂ ਆਉਂਦੀਆਂ ਨੇ ਉਹ ਲੜ ਜਾਂਦਾ ਉਹਨਾਂ ਨੂੰ। ਅਸੀਂ ਬੱਕਰੀ ਦਾ ਥੱਲਾ ਵੇਖਦੇ ਆ, ਬੱਕਰੀ ਦੀ ਖੂਬਸੂਰਤੀ ਨਹੀਂ ਅਸੀਂ ਐਡੀ ਦੇਖਦੇ। ਅਸੀਂ ਨੇ ਬੱਕਰੀ ਦਾ ਥੱਲਾ ਸੋਹਣਾ ਹੋ ਜਾਂਦਾ, ਵਾਹਨੀ ਸੋਹਣੀ ਹੋਣੀ ਚਾਹੀਦੀ, ਟੁੱਟੀ ਨਾ ਹੋਏ, ਮਸਲਾਂ ਜਿਹੜੀ ਥੱਲੇ ਆਂ ਜਾਂ ਫਿਰਦੀ ਰਹੇ, ਪੂਰੀ ਚੱਡਿਆਂ ਦੇ ਵਿੱਚ ਵਾਹਨੀ ਫਸੀ ਹੋਏ, ਥਾਣ ਸੋਹਣੇ ਹੋਣ, ਥੇਲੇ ਚਾੜਨ ਦੀ ਵੀ ਜ਼ਰੂਰਤ ਨਾ ਪਏ ਜਿਹਨੂੰ। ਉਹ ਬੱਕਰੀ ਖੂਬਸੂਰਤ ਵੀ ਲੱਗਦੀ ਹੈ, ਦੁੱਧ ਵੀ ਦਿੰਦੀ ਹੈ। ਤੇ ਜਿਹਨਾਂ ਦੇ ਵਾਹਨੇ ਟੁੱਟੇ ਹੋਣ ਉਹ ਸੋਹਣੀਆਂ ਵੀ ਬੜੀਆਂ ਹੁੰਦੀਆਂ, ਦੁੱਧ ਵੀ ਬੜਾ ਦਿੰਦੀਆਂ, ਲੇਕਿਨ ਉਹ ਜਦੋਂ ਪਾਲੀ ਸਾਡੇ ਆਉਂਦੇ ਨੇ ਉਹ ਫੜ ਕਹਿੰਦੇ ਨੇ ਆ ਕੀ ਰੱਖਿਆ ਦਾ ਤੂੰ। अस्सलाम वालेकुम। ਵਾਲੇਕੁਮ ਸਲਾਮ। प्यारे भाई की हाल है? ਅੱਲਾਹ ਪਾਕ ਦਾ ਸ਼ੁਕਰ ਹੈ ਸਰ। ਤੁਸੀਂ जी अल्लाह दा शुक्र। जनाब दा की नाम है? ਮੁਹੰਮਦ ਵਕਾਸ, वकास साहब, इलाका केड़ा जे? ਇਹ ਨਾਰਵਲ ਜ਼ਿਲ੍ਹਾ। सर तुसी किन्ने अरसे तू बकरियां दा काम करदे हो पे? ਇਹ ਸਾਡੇ ਦਾਦਿਆਂ ਪੜਦਾਦਿਆਂ ਕਰਦੇ ਆ ਰਹੇ, ते तुहानू किन्नी देर हो गई है काम विच आया? ਬਚਪਨ। अच्छा ਹਾਂਜੀ ठीक है। ਤੁਹਾਡਾ ਸਰ ਇਹ ਜਿਹੜਾ ਤਜਰਬਾ ਹੈ ਬੱਕਰੀਆਂ ਪਾਲਣ ਦਾ ਕਿੰਜ ਦਾ ਰਿਹਾ ਹੈ? ਇਹ ਕੰਮ ਵਿੱਚੋਂ ਕੀ ਸਿੱਖਿਆ ਜੇ, ਕੀ ਹਾਸਲ ਕੀਤਾ ਜੇ? ਵਾਹ ਜੀ ਅੱਲਾਹ ਪਾਕ ਦਾ ਸ਼ੁਕਰ ਹੈ, ਸਭ ਕੁਝ ਇਹਨਾਂ ਤੇ ਖਾਣ ਦੇ, ਇਹਨਾਂ ਤੇ ਪਾਣ ਦੇ ਆ ਤੇ ਇਹਨਾਂ ਦੀ ਕੋਈ ਜ਼ਮੀਨ ਨਹੀਂ ਸਾਡੀ, ਇਹਨਾਂ ਦੇ ਕਰਮਾਂ ਵਾਲੀਆਂ ਦੇ ਸਿਰ ਤੇ ਖਾਣੇ ਪੀਣੇ ਆ। ਮਾਲਕ ਦਾ ਸ਼ੁਕਰ ਹੈ। ਆ ਲੋਕੀ ਕਰੋਨਾ ਦੇ ਵਿੱਚ ਫਸੇ ਨੇ, ਸਾਨੂੰ ਰੱਬ ਉਂਝ ਦੇਣ ਜਾਂਦੇ ਖਾਣੇ ਆ। ਸੁਬਾਹ 2-3 ਹਜ਼ਾਰ ਦਾ ਦੁੱਧ ਵੇਚੀਦਾ, ਬੱਚਾ ਲੇਲਾ ਵੇਚ ਲਈ ਦਾ, ਜੰਮਦਾ ਹੀ ਲੇਲੀਆਂ ਪਾਲ ਲੈਨੇ ਅਸੀਂ। ਤੇ ਸ਼ੁਕਰ ਹੈ ਮਾਲਕ ਦਾ, ਬੜਾ ਸੋਹਣਾ ਟਾਈਮ ਲੰਘ ਰਿਹਾ। ਮਾਸ਼ਾਅੱਲਾ। ਕੁਰਬਾਨੀ ਵਾਸਤੇ ਛਤਰੇ ਲਿਆਨੇ ਆ, ਉਹ ਵਾਲਾ ਸਾਹਿਬ ਝਾੜਦੇ ਨੇ, ਮੈਂ ਬੱਕਰੀਆਂ ਝਾੜਨਾ, ਤੇ ਟਾਈਮ ਰੱਬ ਸੋਹਣਾ ਲੰਘਾਈ ਜਾਂਦਾ ਜੀ। ਮਾਸ਼ਾਅੱਲਾ। ਹਾਂਜੀ। ਯਾਨੀ ਤੁਸੀਂ ਇਹ ਕੰਮ ਤੋਂ ਮਤਮਿਨ ਹੋ ਤੇ ਇਹ ਕੰਮ ਐਸਾ ਹੈ ਕਿ ਅੱਜ ਕੱਲ ਜਿਹੜੇ ਹਾਲਾਤ ਜਾਂਦੇ ਨੇ ਪੇ, ਇਹ ਹਾਲਾਤ ਵਿੱਚ ਵੀ ਇਹ ਕੰਮ ਡਾਊਨ ਨਹੀਂ ਹੋਇਆ? ਨਹੀਂ ਹੋਇਆ, ਬਿਲਕੁਲ ਨਹੀਂ ਹੋਇਆ। ਅੱਲਾਹ ਪਾਕ ਦਾ ਸ਼ੁਕਰ ਹੈ, ਮਾਲ ਵੀ ਵਿਕ ਰਿਹਾ, ਬੱਕਰੀਆਂ ਵੀ ਰੇੜ ਨਾਲ ਵਿਕਦੀਆਂ ਨੇ, ਦੁੱਧ ਵੀ ਰੇੜ ਨਾਲ ਵਿਕ ਰਿਹਾ, ਤੇ ਬੜਾ ਸੋਹਣਾ ਟਾਈਮ ਰੱਬ ਲੰਘਾਉਣ ਡਿਆ ਜੀ। ਮਾਸ਼ਾਅੱਲਾ। ਹਾਂਜੀ ਤੇ ਸਰ ਤੁਸੀਂ ਮਾਸ਼ਾਅੱਲਾ ਇਹ ਕੰਮ ਵਿੱਚ ਕਾਮਯਾਬ ਹੋ। ਹਾਂਜੀ ਕੁਝ ਨਵੇਂ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ, ਬਿਲਕੁਲ। ਕੁਝ ਕਰਦੇ ਨੇ ਤੇ ਕਰਨ ਤੋਂ ਬਾਅਦ ਫਲਾਪ ਹੋ ਜਾਂਦੇ ਨੇ। ਹਾਂਜੀ ਤੁਸੀਂ ਆਪਣੀ ਕਾਮਯਾਬੀ ਦੇ ਕੋਈ ਰਾਜ਼ ਦੱਸੋ, ਕੋਈ ਐਸੀਆਂ ਗੱਲਾਂ ਕਿ ਬੰਦਾ ਉਹਨਾਂ ਤੇ ਅਮਲ ਕਰੇ ਤੇ ਬੰਦਾ ਕਾਮਯਾਬ ਹੋਏਦਾ, ਨਾਕਾਮ ਨਾ ਹੋਏਦਾ। ਉਹਨਾਂ ਦਾ ਐਕਸਪੀਰੀਅੰਸ ਨਹੀਂ ਹੁੰਦਾ ਭਾਈ। ਕੋਈ ਵੀ ਕੰਮ ਕਰੋਗੇ ਜਿਹਦੇ 'ਚ ਵੜੇ ਹੋਗੇ, ਜਿਹੜੇ ਸ਼ੋਬੇ 'ਚ, ਉਹਨੂੰ ਪਹਿਲੇ ਉਸ ਬੰਦੇ ਨਾਲ ਰਹਿ ਕੇ ਉਹਦੇ ਕੋਲ ਸਾਰੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ। ਇੱਥੇ ਹੁਣ ਡਾਕਟਰਾਂ ਨਾਲ ਬਹੁਤਾ ਕੋਰਸਾਂ ਅਸੀਂ ਆਪ ਕਰਨਾ। ਮਸਲਨ ਕੋਈ ਭਾਰੂ ਬਿਮਾਰ ਹੋ ਜੇ, ਨਵੇਂ ਬੰਦੇ ਨੇ ਡਾਕਟਰ ਨੂੰ ਸੱਦਣਾ, ਡਾਕਟਰ ਨੇ 50 ਰੁਪਏ ਦਾ ਟੀਕਾ ਲਾਣਾ, ਰੁਪਈਆ 500 ਲੈਣਾ, ਕਿਰਾਇਆ ਪੈਣਾ। ਤੇ ਅਸੀਂ ਆਪ ਹੀ ਸਭ ਕੁਝ ਕਰਨੇ ਆ, ਟੀਕੇ ਵਗੈਰਾ ਸਭ ਕੁਝ ਜੋ ਵੀ ਲਿਆਣਾ ਆਪ ਹੀ ਲਿਆ ਕੇ ਲਾਣੇ ਲੋਨੇ। ਜ਼ਿੰਦਾਬਾਦ। ਯਾਨੀ ਕਿ ਇਹਨਾਂ ਦੇ ਮੁਤਲਕ ਇਲਮ ਹੋਣਾ ਚਾਹੀਦਾ ਹੈ। ਹਾਂਜੀ ਇਲਮ ਹੋਣਾ ਚਾਹੀਦਾ, ਫੇਰ ਬੰਦਾ ਮਾਰ ਨਹੀਂ ਖਾਂਦਾ। ਇਹਨਾਂ ਦੀ ਬਿਮਾਰੀਆਂ ਦੇ ਇਲਾਜ ਹੁੰਦੇ ਹੋਣ, ਇਸ ਤੋਂ ਇਲਾਵਾ ਹੋਰ ਇਹਨਾਂ ਦੇ ਮੁਤਲਕ ਕੀ ਕੀ ਜਾਣਦਾ ਹੋਏ ਤੇ ਬੰਦਾ ਕੰਮ ਸ਼ੁਰੂ ਇਹਨਾਂ ਕਰੇ। ਨੂੰ ਦਵਾਈ ਟਾਈਮ ਨਾਲ ਦਿਓ, ਇਹਨਾਂ ਦੇ ਆਪਣਾ ਖੁਰਾਕ ਦਾ ਧਿਆਨ ਰੱਖੋ। ਇਹਨਾਂ ਨੂੰ ਕਮ ਸੋ ਕਮ ਲਾਜ਼ਮੀ ਬਾਹਰ ਭਾਵੇਂ ਘੰਟਾ ਹੀ ਫਿਰਨ, ਬਾਹਰ ਜ਼ਰੂਰ ਫਿਰਨੀ ਚਾਹੀਦੀਆਂ, ਵੱਜ ਕੇ ਮਾਲ ਨਹੀਂ ਵੱਜਦਾ। ਅੱਛਾ। ਹਾਂਜੀ ਯਾਨੀ ਕਿ ਚਰਾਈ ਬਹੁਤਾ ਨਹੀਂ ਤੇ ਘੰਟਾ ਡੇਢ ਲਾਜ਼ਮੀ। ਡੇਢ ਇਹਨਾਂ ਨੂੰ ਫੇਰਾ ਹੀ ਕਰਾ ਲਿਆ, ਚਰਾਏ ਭਾਵੇਂ ਕੁਛ ਵੀ ਨਾ, ਜ਼ਰਾ ਦੇ ਭਾਰੂ ਦਾ ਦਿਲ ਖੁਸ਼ ਹੋ ਜਾਂਦਾ। ਠੀਕ ਹੈ। ਕਿਉਂਕਿ ਇਹ ਭਾਰੂ ਐਸਾ, ਇਹਨੇ ਚੰਗੀ ਤੋਂ ਚੰਗੀ ਚੀਜ਼ ਹੀ ਖਾਣੀ ਹੈ, ਤੇ ਜ਼ਰਾ ਬਾਹਰ ਫੇਰ ਆਏ ਤੇ ਠੀਕ ਹੋ ਜਾਂਦਾ ਕੰਮ। ਤੇ ਤੁਸੀਂ ਸਰ ਇਹਨਾਂ ਦੀ ਰੂਟੀਨ ਕੀ ਰੱਖੀ ਏ? ਰੋਜ਼ਾਨਾ ਇਹਨਾਂ ਨੂੰ ਕਿੰਨੇ ਘੰਟੇ ਚਰਾਈ ਕਰਾਉਂਦੇ ਹੋ? ਚਰਾਈ ਦੇ ਇਲਾਵਾ ਇਹਨਾਂ ਦੀ ਖੁਰਾਕ ਵਿੱਚ ਕੀ ਕੀ ਚੀਜ਼ਾਂ ਇਸਤੇਮਾਲ ਕਰਦੇ ਹੋ? ਅਸਾਂ ਇਹਨਾਂ ਨੂੰ ਕੋਈ ਖੁਰਾਕ ਨਹੀਂ ਦੇਣੀ, ਬੜਾ ਕਰਾਂਗੇ ਕਣਕ ਦੇ ਦਾਣੇ ਪਾਵਾਂਗੇ, ਸਵੇਰ 8, 9, 10 ਵਜੇ ਆਹ ਕੱਢ ਲੈਣੀਆਂ ਹੁੰਦੀਆਂ ਬਾਹਰ, ਸਾਰੀ ਦਿਹਾੜੀ ਸ਼ਾਮ ਦੀ ਜਾਣ ਨਾ ਇਹਨਾਂ ਨੂੰ ਫਿਰ ਵਾਪਸੀ ਲੈ ਕੇ ਜਾਣਾ। ਅੱਛਾ। ਉਸ ਤੋਂ ਬਾਅਦ ਰਾਤ ਕੁਛ ਨਹੀਂ ਇਹਨਾਂ ਨੂੰ ਪਾਉਣਾ, ਪਾਣੀ ਭਰਿਆ ਹੁੰਦਾ ਬਸ। ਤੇ ਜੇ ਮੌਸਮ ਖਰਾਬ ਹੈ, ਬਾਰਿਸ਼ ਹੈ ਜਾਂ ਸਰਦੀਆਂ ਦੇ ਦਿਨ ਨੇ, ਹਾਂਜੀ ਚਰਾਈ ਵਾਸਤੇ ਜਗ੍ਹਾ ਨਹੀਂ ਲੱਭਦੀ, ਬਿਲਕੁਲ। ਫਿਰ ਇਹਨਾਂ ਦੀ ਖੁਰਾਕ ਵਿੱਚ ਤੁਸੀਂ ਕੀ ਇਸਤੇਮਾਲ ਕਰਦੇ ਹੋ? ਫਿਰ ਆਹ ਸਟਾਲਾ ਲਿਆ ਹੁੰਦਾ, ਕਣਕ ਲੱਲੀ ਦੀ ਹੈ, ਉਹ ਕੁਤਰ ਕੇ ਖੁਰਲੀਆਂ 'ਚ ਪਹਾੜੀ ਦੇਣ ਤੇ ਖਾ ਲੈਂਦੀਆਂ ਨੇ, ਤੇ ਸਕੂਨ ਨਾਲ ਬਹਿ ਰਹਿੰਦੀਆਂ ਨੇ। ਤੇ ਇੱਕ ਸਾਲ ਵਿੱਚ ਕਿਹੜੇ ਕੋਈ ਐਸੇ ਮਹੀਨੇ ਜਾਂ ਦਿਨ ਨੇ ਜਦੋਂ ਇਹਨਾਂ ਉੱਤੇ ਖਰਚਾ ਜ਼ਿਆਦਾ ਹੁੰਦਾ ਹੈ? ਉਹ ਤੇ ਮਾਗ ਸਿਆਲ ਦੇ 2 ਮਹੀਨੇ। ਉਹ 2 ਮਹੀਨੇ ਮੁਸ਼ਕਲ ਨੇ। ਹਾਂਜੀ 2 ਮਹੀਨੇ ਬਹੁਤ ਮੁਸ਼ਕਲ ਨੇ। ਠੀਕ ਹੈ।
ਤੇ ਉਹ 2 ਮਹੀਨੇ ਵਿੱਚ ਤੁਸੀਂ ਇਹਨਾਂ ਨੂੰ ਫਿਰ ਕੀ ਕੀ ਦਿੰਦੇ ਹੋ? ਅਸੀਂ ਇਹਨਾਂ ਨੂੰ ਫਿਰ ਘਰ ਪੱਠੇ ਪਾਣੇ ਨੇ, ਬਾਹਰ ਮਟਰ ਹੁੰਦੇ ਨੇ, ਮਟਰ ਮੁੱਲ ਲੈ ਕੇ ਚਾਰੀ ਦੇ ਨੇ, ਸਵੇਰ ਵੀ ਪੱਠੇ ਪਾਣੇ ਨੇ, ਸ਼ਾਮ ਨੂੰ ਵੀ ਲਿਆ ਕੇ ਪਾਣੇ ਨੇ, ਸਾਰੀ ਦਿਹਾੜੀ ਬਾਹਰ ਖਾਣੇ ਨੇ ਨਾ। ਕੁਝ ਲੋਕ ਇਹਨਾਂ ਨੂੰ ਗੰਦਮ ਵੀ ਇਸਤੇਮਾਲ ਕਰਾਉਂਦੇ ਨੇ, ਗੰਦਮ ਦੇ ਦਾਣੇ। ਉਹ ਤੇ ਬਹੁਤ ਅੱਛੀ ਚੀਜ਼ ਹੈ, ਲੇਕਿਨ ਉਹ ਜਿਸ ਬੰਦੇ ਦੇ ਕੋਲ ਇੰਨੇ ਵਸੈਲ ਹੋਣ ਉਹ ਕਰ ਸਕਦਾ, ਤੇ ਸਾਡੇ ਕੋਲ ਨਹੀਂ ਹੁੰਦੇ। ਅਸੀਂ ਚੰਗੀਆਂ ਬੱਕਰੀਆਂ ਜਿਹੜੀਆਂ ਆਪਣੇ ਆਪ ਨੂੰ ਚੰਗੀਆਂ ਲੱਗਦੀਆਂ ਉਹਨਾਂ ਨੂੰ ਪਾ ਲੈਂਦੇ ਆ, ਬਾਕੀਆਂ ਨੂੰ ਇਸੇ ਤਰ੍ਹਾਂ ਹੀ ਪੱਠੇ 'ਚ ਪਾ ਕੇ ਗੁਜ਼ਾਰਾ ਕਰਦੇ। ਅੱਛਾ ਪਿਆਰੇ ਭਾਈ, ਤੁਸੀਂ ਜਿਹੜੀ ਬੱਕਰੀਆਂ ਨੂੰ ਫਿਰ ਗੰਦਮ ਇਸਤੇਮਾਲ ਕਰਾਉਂਦੇ ਹੋ, ਉਹਦਾ ਕੋਈ ਤਰੀਕਾ ਇਸਤੇਮਾਲ ਦੱਸੋ? ਫੀ ਜਾਨਵਰ ਕਿੰਨੀ ਗੰਦਮ ਖਿਲਾਣੀ ਹੈ, ਕਿਸ ਟਾਈਮ ਖਿਲਾਣੀ ਹੈ, ਤੇ ਕਿਹੜੇ ਤਰੀਕੇ ਨਾਲ ਖਿਲਾਣੀ ਹੈ? ਅੱਧਾ ਕਿਲੋ ਗੰਦਮ ਇੱਕ ਜਾਨਵਰ ਨੂੰ ਅਸੀਂ ਸ਼ਾਮ ਨੂੰ ਪਾਉਂਦੇ ਆ, ਲਹਿਦਾ ਇਕੱਠੀਆਂ ਨਹੀਂ ਪਾਉਂਦੇ। ਉਹ ਵੀ ਜਿਹੜੀ ਖਾਸ ਬੱਕਰੀਆਂ ਆਪਣੀਆਂ ਮਸਲਨ ਸਾਡੀ ਪਸੰਦ ਦੀਆਂ ਨੇ, ਜਿਨ੍ਹਾਂ ਨੇ ਕੁਝ ਦੇਣਾ ਸਾਨੂੰ, ਮਸਲਨ ਜਿਹੜੀਆਂ ਇਸ ਤਰ੍ਹਾਂ ਹੁੰਦੀਆਂ ਉਹਨਾਂ ਨੇ ਪੱਠਿਆਂ ਤੇ ਗੁਜ਼ਾਰਾ ਕਰਨਾ। ਤੇ ਸਰ ਗੰਦਮ ਤੁਸੀਂ ਫਿਰ ਭੇ ਕੇ ਪਾਉਂਦੇ ਹੋ ਜਾਂ ਸੁੱਕੀ ਪਾਉਂਦੇ ਹੋ? ਸੁੱਕੀ ਪਾਉਂਦੇ ਆ, ਭੇ ਕੇ ਨਹੀਂ ਇਸਤੇਮਾਲ ਕਰਾਂਗੇ? ਕਿ ਸੌਣ ਭਾਦਰੋਂ ਦੇ ਮਹੀਨੇ 'ਚ ਪਾਈ ਦੀ, ਜਿਹੜੀਆਂ ਬੱਕਰੀਆਂ ਦੁੱਧ ਦਿੰਦੀਆਂ ਉਹਨਾਂ ਨੂੰ, ਕਿਉਂਕਿ ਉਹ ਬੱਕਰੀਆਂ ਅੱਗੋਂ ਬਣ ਗਈਆਂ ਹੁੰਦੀਆਂ ਨੇ, ਫਿਰ ਉਹ ਗਰਮ ਕਣਕ ਖਾ ਕੇ ਕੋਈ ਤਰੂ ਜਾਂਦੀਆਂ, ਕੋਈ ਪਰਤ ਜਾਂਦੀਆਂ, ਫਿਰ ਭੇ ਕੇ ਪਾਉਂਦੇ ਆ, ਭੇ ਕੇ ਸੁਕਾ ਕੇ ਤੇ ਫਿਰ ਪਾਈ। ਸਰ ਅਭੀ ਤੁਸੀਂ ਅੱਛੀ ਗੱਲ ਦੱਸੀ ਹੈ, ਯਾਨੀ ਕਿ ਜਿਹੜੀ ਗੱਬਣ ਬੱਕਰੀ ਹੈ ਹਾਂਜੀ, ਉਹਨੂੰ ਫਿਰ ਇਹ ਜਿਹੜੇ ਤੁਸੀਂ ਮੌਸਮ ਦੱਸੇ ਨੇ ਉਦੋਂ ਭੇ ਕੇ ਪਾ ਲਓ? ਭੇ ਕੇ ਪਾ ਲਓ। ਗਰਮੀ ਦਾ ਮੌਸਮ ਹੈ, ਜਦੋਂ ਵੀ ਪਾਣੀ ਉਹ ਭੇ ਕੇ ਪਾ ਲਓ। ਠੀਕ ਹੈ। ਸਿਆਲ ਦੇ ਵਿੱਚ ਸੁੱਕੀ ਪਾ ਲਓ, ਉਹ ਖੈਰ ਹੁੰਦੀ ਹੈ, ਠੰਡ ਹੁੰਦੀ ਹੈ, ਫਿਰ ਭਾਰੂ ਦੇ ਅੰਦਰ ਸਗੋਂ ਹੀਟ ਹੋ ਜਾਂਦੀ ਹੈ। ਤੇ ਗੰਦਮ ਤੋਂ ਬਾਅਦ ਕਿੰਨੀ ਕੁ ਦੇਰ ਇਹਨਾਂ ਨੂੰ ਪਾਣੀ ਨਾ ਪਿਲਾਈਏ ਤੇ ਫਿਰ ਬਿਹਤਰ ਹੈ? ਕਹਿੰਦੇ ਨੇ ਕਿ ਗੰਦਮ ਤੋਂ ਬਾਅਦ ਪਾਣੀ ਪੀਣ ਕੋਈ ਨੁਕਸਾਨ ਤੇ ਨਹੀਂ? ਕੋਈ ਨੁਕਸਾਨ ਨਹੀਂ। ਉਹ ਜ਼ਿਆਦਾ ਜਦੋਂ ਅੱਜ ਕੱਲ ਆ ਕੇ ਸੜੇ ਸਿੱਟੇ ਬੱਕਰੀਆਂ ਬਾਹਰੋਂ ਖਾਂਦੀਆਂ ਨੇ, ਭੜੋਲੇ ਵਾਲੇ ਵੱਢ, ਉਹਨਾਂ 'ਚ ਜ਼ਰਾ ਪਰੇਸ਼ਾਨੀ ਹੁੰਦੀ ਹੈ, ਜ਼ਿਆਦਾ ਸਿੱਟੇ ਖਾ ਲੈਣ ਤੇ ਫਿਰ ਨੁਕਸਾਨ ਦਿੰਦੀ ਹੈ ਕਣਕ। ਅੱਛਾ, ਵੈਸੇ ਕੋਈ ਨੁਕਸਾਨ ਨਹੀਂ, ਠੀਕ ਹੈ। ਜਦੋਂ ਮਰਜ਼ੀ ਪਾਣੀ ਪੀ ਸਕਦੇ। ਮਾਸ਼ਾਅੱਲਾ ਤੁਹਾਡੇ ਸਰ ਜਾਨਵਰ ਕਾਫੀ ਜ਼ਿਆਦਾ ਨੇ ਤੇ ਖੂਬਸੂਰਤ ਹੈ। ਇਹ ਜਿਹੜੀ ਤੁਸੀਂ ਨਸਲ ਰੱਖੀ ਏ, ਇਹ ਨਸਲ ਕਿਹੜੀ ਹੈ? ਇਹ ਨਸਲ ਬੀਤਲ 'ਚ ਵੀ ਆ ਜਾਂਦੀ ਹੈ, ਨਾਗਰੇ 'ਚ ਵੀ ਆ ਜਾਂਦੀ ਹੈ, ਫਿਰ ਮਦਰਸਾ ਮੰਡੀ ਦੀਆਂ ਨੇ ਵਿੱਚ ਬੱਕਰੀਆਂ ਕੁਛ। ਅੱਛਾ, ਹਾਂਜੀ, ਕੋਈ ਘਰ ਦੀ ਨਸਲ ਪੁਰਾਣੀ ਦਾਦਿਆਂ ਪੜਦਾਦਿਆਂ ਚੱਲਦੀ ਆ। ਯਾਨੀ ਕਿ ਜ਼ਿਆਦਾ ਤੁਸੀਂ ਬੀਤਲ ਤੇ ਜਿਹੜੀ ਨਾਗਰੀ ਨਸਲ ਹੈ ਉਹਦਾ ਕੰਮ ਕਰਦੇ ਹੋ? ਹਾਂਜੀ, ਜ਼ਿਆਦਾ ਨਾਗਰੀ ਦਾ ਕੰਮ ਚੱਲਦਾ। ਜਿਹੜੀ ਬੀਤਲ ਤੇ ਨਾਗਰੀ ਹੈ ਇਹਨੂੰ ਹੀ ਰੱਖਣ ਦੀ ਕੋਈ ਕੀ ਵਜ੍ਹਾ ਹੈ? ਤੁਸੀਂ ਜਿਹੜੀਆਂ ਦੂਸਰੀਆਂ ਨੇ ਸਿਆਲਕੋਟੀ ਨੇ ਸਾਡੇ ਇਲਾਕੇ 'ਚੋਂ ਚੱਲਦੀਆਂ ਨੇ, ਜਾਂ ਜਿਹੜੀਆਂ ਦੂਸਰੀਆਂ ਦੇਸੀ ਨੇ, ਉਹ ਕਿਉਂ ਨਹੀਂ ਰੱਖੀਆਂ? ਭਾਈ ਇਹ ਬੀਤਲ ਦਾ ਤੇ ਨਾਗਰੀ ਦਾ ਜਦੋਂ ਕ੍ਰਾਸ ਪੈਂਦਾ ਨਾ, ਉਹਨਾਂ 'ਚ ਅੱਗੋਂ ਪੱਠਾਂ ਬੜੀਆਂ ਕੰਮ ਖੂਬਸੂਰਤ ਵੀ ਪੈਦਾ ਹੁੰਦੀਆਂ ਨੇ, ਅੱਗੋਂ ਦੁੱਧ ਵੀ ਜ਼ਿਆਦਾ ਦਿੰਦੀਆਂ ਨੇ। ਜ਼ਿੰਦਾਬਾਦ। ਹਾਂਜੀ, ਉਹ ਕ੍ਰਾਸ ਹੋ ਜਾਂਦਾ ਨਾ ਕੰਮ, ਫਿਰ ਤੇ ਉਹ ਠੀਕ ਹੋ ਜਾਂਦਾ ਕੰਮ, ਦੁੱਧ ਸ਼ੁੱਧ ਵਧੀਆ ਪੱਠਾਂ ਨਿਕਲਦੀਆਂ ਨੇ। ਤੇ ਉਹ ਹੁਣ ਸਿਆਲਕੋਟੀ ਤੇ ਵੈਸੇ ਹੀ ਕੋਈ ਨਹੀਂ ਪਸੰਦ ਕਰਦਾ। ਸਿਆਲਕੋਟ ਦੇ ਵਿੱਚ ਵੀ ਜਾਂਦੀਆਂ ਨੇ ਬੱਕਰੀਆਂ ਨਾਗਰੀਆਂ ਹੀ, ਜ਼ਿਆਦਾਤਰ ਹੁਣ ਨਾਗਰੀ ਪਸੰਦ ਕਰਦੇ ਪਏ ਨੇ। ਹਾਂਜੀ, ਮਾਸ਼ਾਅੱਲਾ ਉਹਨਾਂ ਦੀ ਖੂਬਸੂਰਤੀ ਅੱਛੀ ਹੈ, ਸੋਹਣੇ ਲੱਗਦੇ ਨੇ ਪਏ ਵੇਖਣ 'ਚ ਜਾਨਵਰ। ਤੇ ਇਸ ਟਾਈਮ ਤੁਹਾਡੇ ਕੋਲ ਟੋਟਲ ਕਿੰਨੀਆਂ ਬੱਕਰੀਆਂ ਦੁੱਧ ਦੇ ਰਹੀਆਂ ਨੇ? ਸਾਡੇ ਕੋਲ ਇਸ ਟਾਈਮ ਬੱਕਰੀਆਂ ਦੁੱਧ ਦੇ ਰਹੀਆਂ ਨੇ 25 ਬੱਕਰੀਆਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਸੇਲ ਹੋ ਜਾਂਦਾ? 35 ਕਿਲੋ ਹੋ ਜਾਂਦਾ। ਮਾਸ਼ਾਅੱਲਾ। ਹਾਂਜੀ, ਤੇ ਉਹ ਜਿਹੜੀਆਂ 25 ਦੇ ਰਹੀਆਂ ਨੇ ਉਹ ਆਪਣੇ ਬੱਚਿਆਂ ਨੂੰ ਵੀ ਪਿਲਾਉਂਦੀਆਂ ਨੇ? ਸਾਰਾ ਦਿਨ ਬੱਚੇ ਥੱਲੇ ਪੀਂਦੇ ਨੇ, ਜਿਨ੍ਹਾਂ ਦੇ ਹੈ ਨੇ। ਅੱਛਾ, ਜਿਨ੍ਹਾਂ ਦੇ ਵੇਚ ਛੜਿਆ ਉਹਨਾਂ ਦੇ ਨਹੀਂ, ਤੇ ਜਿਨ੍ਹਾਂ ਦੇ ਹੈ ਨੇ ਉਹ ਸਾਰਾ ਦਿਨ ਬੱਚੇ ਪੀਂਦੇ ਨੇ, ਸ਼ਾਮ ਨੂੰ ਬੱਚੇ ਲਾਦਾ ਕਰ ਦਿੰਦੇ, ਸਵੇਰ ਚੋ ਕੇ ਫਿਰ ਛੱਡ ਦਿੰਦੇ। ਠੀਕ ਹੈ। ਤੇ ਦੁੱਧ ਦਾ ਕੀ ਰੇਟ ਮਿਲ ਜਾਂਦਾ ਹੈ? ਦੁੱਧ ਦਾ 70 ਰੁਪਏ। ਠੀਕ ਹੈ। ਅੱਛਾ ਭਾਈ, ਇੱਕ ਸਵਾਲ ਪੁੱਛਾਂ ਦਾ, ਸਵਾਲ ਕਾਫੀ ਅਹਿਮ ਹੈ। ਹਾਂਜੀ, ਇਹ ਕਾਫੀ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਸਰਦੀ ਵਿੱਚ ਇਹਨਾਂ ਦੇ ਜਾ ਮਰ ਜਾਂਦੇ ਨੇ। ਇੱਕ ਜਾ ਨੂੰ ਜਿਹੜੀ ਜ਼ਿੰਦਗੀ ਉਹ ਤੇ ਅੱਲਾ ਦੀ ਦੇਣ ਹੈ, ਲੇਕਿਨ ਇੱਕ ਜਿਹੜਾ ਫਾਰਮਰ ਹੈ ਉਹ ਕਿਹੜੀਆਂ ਇਹਤਿਆਤਾਂ ਕਰੇ ਜਾਂ ਉਹਨਾਂ ਨੂੰ ਕੀ ਖਿਲਾਏ ਪਿਲਾਏ ਕਿ ਜਿਹੜੇ ਜਾ ਨੇ ਉਹ ਬਚ ਜਾਣ? ਉਹ ਬਚਣ ਦਾ ਇਹ ਤਰੀਕਾ ਹੁੰਦਾ ਬਈ ਬੱਕਰੀ ਦੀ ਖੁਰਾਕ ਰਹੇ ਠੀਕ, ਉਹਨੂੰ ਦਵਾਈ ਕਿਰਮ ਵਾਲੀ ਟਾਈਮ ਨਾਲ ਪਿਆਈ ਜਾਏ, ਜਿਹਦੇ ਤੇ ਉਹ ਬੱਚੇ ਦੇ ਉੱਤੇ ਅਸਰ ਨਾ ਕਰੇ। ਜਦੋਂ ਅੱਗੋਂ ਬੱਕਰੀ ਸੂੰਦੀ ਹੈ ਫਿਰ ਬੱਚੇ ਨੂੰ ਦੁੱਧ ਥੋੜਾ ਜਿਹਾ ਬੱਕਰੀ ਥੱਲੋਂ ਚੋ ਕੇ ਤੇ ਫਿਰ ਉਸ ਤੋਂ ਬਾਅਦ ਦੁੱਧ ਪਿਆਇਆ ਜਾਏ, ਕਿਉਂਕਿ ਉਹ ਗਰਮ ਦੁੱਧ ਜਦੋਂ ਬੱਕਰੀਆਂ ਬਾਹਰੋਂ ਆਉਂਦੀਆਂ ਨੇ ਉਹ ਲੜ ਜਾਂਦਾ ਉਹਨਾਂ ਨੂੰ। ਗੁੱਡ, ਯਾਨੀ ਕਿ ਥੋੜੇ ਬਹੁਤੀ ਇੱਕ ਦੋ ਧਾਰ ਮਾਰ ਲੈਣੀ ਚਾਹੀਦੀ ਤੇ ਬੱਚੇ ਨੂੰ ਭੁੱਖ ਰੱਖ ਕੇ ਦੋ, ਥੋੜਾ ਜਿਹਾ ਪਿਆਓ, ਰਜਾ ਕੇ ਨਾ ਪਿਆਓ। ਹਾਂਜੀ, ਤੇ ਇਹਨਾਂ ਨੂੰ ਜਿਹੜਾ ਵੰਨ ਲਵਾਉਣ ਦੇ 6 ਮਹੀਨੇ ਨੇ, ਯਾਨੀ ਕਿ ਕਿਹੜੇ ਮਹੀਨੇ ਵਿੱਚ ਇਹ ਵੰਨ ਲੱਗਣ ਤੇ ਤੁਹਾਡੇ ਖਿਆਲ ਨਾਲ ਸੂਆ ਬਿਹਤਰ ਹੁੰਦਾ ਹੈ? ਅੱਜ ਕੱਲ ਬਣਨੀਆਂ ਚਾਹੀਦੀਆਂ ਇਹ ਜਿਹੜੀਆਂ ਸਿਆਲ ਦੇ, ਠੰਡ ਦੇ ਤੇ ਗਰਮੀ ਦੇ ਦਰਮਿਆਨ ਚ ਸੂਪਾਂ। ਅੱਛਾ, ਉਧਰੋਂ ਵੀ ਸਿਆਲ ਜਾਂਦਾ ਹੋਏ ਤੇ ਸੂਪਾਂ, ਉਧਰੋਂ ਸਿਆਲ ਆਂਦਾ ਹੋਏ ਤੇ ਸੂਪਾਂ। ਅੱਛਾ, ਹਾਂਜੀ, ਨਾ ਜ਼ਿਆਦਾ ਗਰਮੀ ਹੋਏ ਨਾ ਜ਼ਿਆਦਾ ਗਰਮੀ ਹੋਏ ਨਾ ਸਰਦੀ ਹੋਏ। ਠੀਕ ਹੈ। ਹਾਂਜੀ, ਤੇ ਜਿਹੜੀ ਬੱਕਰੀ ਹੀਟ ਵਿੱਚ ਨਹੀਂ ਹੁੰਦੀ ਜਾਂ ਬਾਰ-ਬਾਰ ਫਿਰ ਜਾਂਦੀ ਏ, ਉਹਨੂੰ ਫਿਰ ਕੋਈ ਦੇਸੀ ਚੀਜ਼ ਦਿੰਦੇ ਹੋ ਜਾਂ ਕੋਈ ਡਾਕਟਰੀ ਇਲਾਜ ਕਰਾਉਂਦੇ ਹੋ? ਨਹੀਂ, ਉਹਨੂੰ ਤੇਲ ਛੇਲ ਦਿਓ, ਤੇਲ ਛੇਲ ਦੇਈਦਾ। ਜੇ ਮਜ਼ੀਦ ਨਾ ਵੀ ਫਿਰ ਖਲੋਏ ਤੇ ਫਿਰ ਉਹਨੂੰ ਵੇਚ ਦੀਦਾ। ਉਹਦਾ ਉਂਝ ਫਿਰ ਕਿੱਸਾ ਹੀ ਬੱਕਰੀਆਂ ਵਾਲਿਆਂ 'ਚ ਮੁੱਕ ਜਾਂਦਾ, ਕਸਾਈ ਹੁੰਦੇ ਹਨ। ਤੇਲ ਸਰੋਂ ਦਾ ਇਸਤੇਮਾਲ ਕਰਦੇ? ਹਾਂਜੀ, ਸਰੋਂ ਦਾ। ਉਹਦਾ ਤਰੀਕਾ ਇਸਤੇਮਾਲ ਕੋਈ ਦੱਸੋ, ਕਿੰਨੇ ਦਿਨ ਕਰਨਾ ਹੈ ਤੇ ਕਿੰਜ ਕਰਨਾ ਇਸਤੇਮਾਲ? ਉਹ ਕਮ ਸੋ ਕਮ 1 ਕਿਲੋ ਬੱਕਰੀ ਨੂੰ ਪਿਆਣਾ ਚਾਹੀਦਾ।
ਤੇ ਰੋਜ਼ਾਨਾ ਦਾ ਕਿੰਨਾ ਕੁ ਦੇਣਾ ਹੈ? ਰੋਜ਼ਾਨਾ ਦਾ ਸਟਾਕੀ 1.5 ਸਟਾਕੀ। ਠੀਕ ਹੈ। ਹਾਂਜੀ। ਤੇ ਤੇਲ ਵਿੱਚ ਕੋਈ ਚੀਜ਼ ਹੋਰ ਵੀ ਸ਼ਾਮਲ ਕਰਨੀ ਹੈ ਜਾਂ ਸਿਰਫ ਤੇਲ ਹੀ ਦੇਣਾ ਹੈ? ਦੁੱਧ ਪਾ ਲਓ, ਲੱਸੀ ਪਾ ਲਓ, ਜੋ ਮਰਜ਼ੀ ਉਹਨਾਂ ਦੋਵਾਂ ਚੀਜ਼ਾਂ ਚੋਂ ਪਾ ਕੇ ਦੇ ਦਿਓ। ਠੀਕ ਹੈ। ਤੇ ਜਿਹੜੀ ਬੱਕਰੀ ਜਿਉਰ ਜਾਂ ਆਟਾ ਨਹੀਂ ਸੁੱਟਦੀ, ਹਾਂਜੀ। ਉਹਨੂੰ ਕੋਈ ਦੇਸੀ ਚੀਜ਼ ਕਿਹੜੀ ਦਿੰਦੇ ਹੋ? ਉਹਦੇ ਵਾਸਤੇ ਬੱਕਰੀ ਨੂੰ ਕਾੜਾ ਛਾੜਾ ਦਿਓ, ਗੁੜ ਜਵੈਨ ਦਾ, ਵਿੱਚ ਲਾਚੀਆਂ ਪਾ ਲਓ, ਆ ਗੁੜ ਕਾੜਾ ਬਣਾ ਕੇ ਦਿਓ, ਆਟਾ ਛਟਾ ਸੁੱਟਣ ਲੱਗ ਪਈ ਇਨਸ਼ਾਅੱਲਾ। ਮੇਰੇ ਜਿਹੜੇ ਨਵੇਂ ਦੋਸਤ ਵੇਖਣ ਵਾਲੇ ਨੇ ਜਿਹੜੇ ਇਹ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਬੱਕਰੀਆਂ ਦੀ ਖਰੀਦਦਾਰੀ ਦੇ ਮੁਤਲਕ ਕੋਈ ਅੱਛੀਆਂ ਗੱਲਾਂ ਦੱਸੋ। ਨਵਾਂ ਬੰਦਾ ਜਦੋਂ ਬੱਕਰੀ ਖਰੀਦਣ ਜਾਏ, ਹਾਂਜੀ। ਉਹ ਬੱਕਰੀ ਦੀਆਂ ਕਿਹੜੀਆਂ ਚੀਜ਼ਾਂ ਵੇਖੇ ਤੇ ਕਿੰਜ ਬੱਕਰੀ ਜਿਹੜਾ ਨਾ ਖਰੀਦੇ? ਬੱਕਰੀ ਵੇਖਣ ਨੂੰ ਖੂਬਸੂਰਤ ਸਾਰੀ ਹੁੰਦੀ ਹੈ, ਲੇਕਿਨ ਅਸੀਂ ਜਿਹੜੀ ਚੀਜ਼ ਪਸੰਦ ਕਰਨੇ ਆ, ਅਸੀਂ ਬੱਕਰੀ ਦਾ ਥੱਲਾ ਵੇਖਦੇ ਆ, ਬੱਕਰੀ ਦੀ ਖੂਬਸੂਰਤੀ ਨਹੀਂ ਅਸੀਂ ਐਡੀ ਵੇਖਦੇ। ਅਸੀਂ ਨੇ ਬੱਕਰੀ ਦਾ ਥੱਲਾ ਸੋਹਣਾ ਹੋਈਦਾ, ਵਾਨੀ ਸੋਹਣੀ ਹੋਣੀ ਚਾਹੀਦੀ, ਟੁੱਟੀ ਨਾ ਹੋਏ, ਮਸਲਨ ਜਿਹੜੀ ਥੱਲੇ ਆਂ ਫਿਰਦੀ ਰਹੇ, ਪੂਰੀ ਚੱਡਿਆਂ ਦੇ ਵਿੱਚ ਵਾਨੀ ਫਸੀ ਹੋਏ, ਥਾਣ ਸੋਹਣੇ ਹੋਣ, ਥੇਲੇ ਚਾੜਨ ਦੀ ਵੀ ਜ਼ਰੂਰਤ ਨਾ ਪਏ ਜਿਹਨੂੰ। ਉਹ ਬੱਕਰੀ ਖੂਬਸੂਰਤ ਵੀ ਲੱਗਦੀ ਹੈ, ਦੁੱਧ ਵੀ ਦਿੰਦੀ ਹੈ। ਤੇ ਜਿਹਨਾਂ ਦੇ ਵਾਹਨੇ ਟੁੱਟੇ ਹੋਣ, ਉਹ ਸੋਹਣੀਆਂ ਵੀ ਬੜੀਆਂ ਹੁੰਦੀਆਂ, ਦੁੱਧ ਵੀ ਬੜਾ ਦਿੰਦੀਆਂ, ਲੇਕਿਨ ਉਹ ਜਦੋਂ ਪਾਲੀ ਸਾਡੇ ਆਉਂਦੇ ਆ ਨਾ, ਉਹ ਫੜ ਕਹਿੰਦੇ ਨੇ ਆ ਕੀ ਰੱਖਿਆ ਦਾ ਤੂੰ। ਹਾਂ ਫਿਰ ਉਹੋ ਜਿਹੀ ਬੱਕਰੀ ਨਹੀਂ ਰੱਖਦੇ। ਠੀਕ ਹੈ। ਯਾਨੀ ਕਿ ਤੁਸੀਂ ਚੀਜ਼ ਅੱਛੀ ਰੱਖਦੇ ਹੋ। ਅੱਛੀ ਰੱਖਣੀ ਆ। ਤੇ ਸਰ ਦੁੱਧ ਦੇ ਇਲਾਵਾ ਇਹਨਾਂ ਦੇ ਕੋਈ ਜਾ ਸੇਲ ਕਰਦੇ ਹੋ ਜਾਂ ਕਿ ਬੱਕਰੇ ਤਿਆਰ ਕਰਕੇ ਈਦ ਉੱਤੇ ਸੇਲ ਕਰਦੇ ਹੋ? ਨਹੀਂ, ਅਸੀਂ ਇਹਨਾਂ ਦੇ ਬੱਚੇ ਵੇਚ ਛੱਡਦੇ ਹਾਂ, ਦੁੱਧ ਵੇਚਣਾ ਹੁੰਦਾ, ਅਸੀਂ ਬੱਕਰੇ ਨਹੀਂ ਤਿਆਰ ਕਰਦੇ। ਹਾਂ, ਇੱਕ ਦੋ ਬੱਕਰਾ ਤਿਆਰ ਕਰਨਾ ਸਿਰਫ ਜਿਹੜਾ ਇਹਨਾਂ ਵਾਸਤੇ ਰੱਖਣਾ, ਜਾਂ ਅੱਗੋਂ ਕੋਈ ਬੰਦਾ ਸਾਡੇ ਕੋਲ ਖਰੀਦ ਕੇ ਬੱਕਰੀਆਂ ਵਾਲਾ ਹੀ ਲੈ ਕੇ ਜਾਏ, ਕੁਰਬਾਨੀ ਵਾਲੇ ਨੂੰ ਦਿੰਦੇ। ਤੇ ਜਿਹੜੇ ਇਹਨਾਂ ਦੇ ਬੱਚੇ ਸੇਲ ਕਰਦੇ ਹੋ, ਕਿੰਨੇ ਦਿਨ ਜਾਂ ਕਿੰਨੇ ਮਹੀਨੇ ਦੇ ਸੇਲ ਹੁੰਦੇ ਨੇ? ਉਹ ਜੰਮਦੇ ਹੀ ਲੋਕ ਹੀ ਲੈ ਜਾਂਦੇ ਨੇ। ਅੱਛਾ। ਹਾਂਜੀ, ਉਹ ਜਾ ਕੇ ਫੀਡਰ ਨਾਲ ਪਾਲ ਲੈਂਦੇ ਨੇ, ਕਈਆਂ ਦੀਆਂ ਬੱਕਰੀਆਂ ਦੇ ਬੱਚੇ ਮਰ ਜਾਂਦੇ ਨੇ, ਉਹ ਪਾਲ ਲੈਂਦੇ ਨੇ। ਤੇ ਉਹ ਟਾਈਮ ਉਹਨਾਂ ਦਾ ਵੀ ਰੱਬ ਸੋਹਣਾ ਲੰਘਾਉਂਦਾ। ਲੋਕੀ ਸਾਨੂੰ ਆਂਦੇ ਵੀ ਹੈ ਨੇ, ਬਈ ਤੁਸੀਂ ਬੱਚੇ ਵੇਚ ਛੱਡਦੇ, ਤੁਸੀਂ ਜ਼ੁਲਮ ਕਰਦੇ ਹੋ ਮਾਵਾਂ ਤੋਂ ਵੇਚ ਕੇ। ਅਸੀਂ ਕਹਿੰਦੇ ਜਿੰਨੇ ਲੈਣਾ ਉਹਨੇ ਜ਼ੁਲਮ ਕਰਨ ਵਾਸਤੇ ਥੋੜਾ ਲੈਣਾ, ਜਿੰਨੇ ਇੱਥੇ 15,000 ਰੁਪਇਆ 10-15,000 ਰੁਪਇਆ ਸਾਨੂੰ ਦੇ ਕੇ ਜਾਣਾ, ਉਹਨੇ ਜ਼ੁਲਮ ਕਰਨ ਵਾਸਤੇ ਖੜਨਾ। ਇਹ ਸਰ ਤੁਸੀਂ ਗੱਲ ਇੰਜੀ, ਹਾਂਜੀ, ਜਾਨੀ ਕਿ ਜਿਹੜੇ ਦੇਖਣ ਵਾਲੇ ਨੇ ਉਹ ਬਾਜ਼ੂਕਾਤ ਕਹਿੰਦੇ ਨੇ, ਹਾਂਜੀ, ਲੇਕਿਨ ਜਿੰਨੇ ਲੈ ਕੇ ਜਾਣਾ ਪੈਸੇ ਭਰਨੇ ਨੇ, ਉਹਨੇ ਸੇਵਾ ਤੁਹਾਡੇ ਤੋਂ ਵੀ ਚੰਗੀ ਕਰ ਲੈਣੀ। ਚੰਗੀ ਕਰਨੀ ਹੈ। ਉਹਨੇ ਜਾ ਕੇ ਫੀਡਰ ਲਾਣਾ, ਬੱਚਾ ਬੱਕਰੀ ਦਾ ਦਿਹਾੜੀ ਲੰਘਦਾ ਹੋਏ, ਉਹਨੂੰ ਫੀਡਰ ਲਾਣਾ ਸੌਖਾ। ਉਹਨੇ ਜਾਂਦੇ ਜਿਸ ਤਰ੍ਹਾਂ ਉਹਨੂੰ ਪਿਆਣਾ, ਉਹਨੇ ਪੀਵੀ ਜਾਣਾ, ਉਹਨੇ ਬਾਅਦ ਬੰਦੇ ਦੀ ਹਿਰਸ ਕਰਨੀ, ਬੱਕਰੀਆਂ ਵਾਲ ਨਹੀਂ ਵੇਖਣਾ। ਤੇ ਤੁਸੀਂ ਵੈਸੇ ਅਗਰ ਫਰਜ਼ ਕੀਤਾ ਕਿ ਇੱਕ ਜਿਹੜਾ ਜਾਬ ਹੈ ਉਹ ਤੁਸੀਂ ਉਹਨੂੰ ਰੱਖ ਲੈਂਦੇ ਹੋ, ਤੇ ਉਹਨੂੰ ਕਿੰਨੇ ਕੁ ਮਹੀਨੇ ਜ਼ਰੂਰਤ ਹੁੰਦੀ ਹੈ ਆਪਣੇ ਮਾਂ ਦੇ ਦੁੱਧ ਦੀ? ਉਹ ਜਿੰਨੀ ਦੇਰ ਬੱਕਰੀ ਸੁੱਕਦੀ ਨਹੀਂ ਅੱਗੋਂ ਅੰਡਰ, ਉਹਨੂੰ ਇੱਕ ਟਾਈਮ ਦਾ ਮਿਲਣਾ ਚਾਹੀਦਾ। ਜਦੋਂ ਬੱਚੇ ਪੱਠੇ ਖਾਣ ਲੱਗ ਪੈਂਦੇ ਨੇ, ਫਿਰ ਅਸੀਂ ਇੱਕ ਟਾਈਮ ਦਾ ਉਹਨਾਂ ਨੂੰ ਪਿਆਈ ਜਾਂਦੇ ਆ ਤੇ ਇੱਕ ਟਾਈਮ ਦਾ ਚੋਈ ਜਾਂਦੇ ਆ। ਤੇ ਇਹ ਜਿਹੜੇ ਤੁਸੀਂ ਛੋਟੇ ਜਾ ਸੇਲ ਕਰਦੇ ਹੋ 1-2 ਦਿਨ ਦੇ, ਉਹ ਜਿਹੜਾ ਅਗਰ ਬੱਕਰਾ ਹੈ ਤੇ ਉਹ ਕਿੰਨੇ ਦਾ ਸੇਲ ਹੋਏਦਾ, ਅਗਰ ਬੱਕਰੀ ਹੈ ਤੇ ਉਹ ਕਿੰਨੇ ਦੀ ਸੇਲ ਹੋਏਦੀ? ਉਹ 10-15,000 ਰੂਟੀਨ ਚੱਲਣ ਡਈ ਦੀ। ਹੁਣ ਨਾਰਮਲ ਬੱਚੇ ਦਾ 10,000, ਜਿਹੜਾ ਚੰਗਾ ਬੱਚਾ ਹੋਏ 15-20,000 ਦਾ ਵੀ ਲੋਕੀ ਜਾਂਦੇ। ਇੱਥੇ ਇੱਕ ਬੱਚਾ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ, ਉਹ ਨਹੀਂ, ਉਹ ਵੀ ਨਹੀਂ। ਬੱਚਾ ਕਾਫੀ ਖੂਬਸੂਰਤ ਬੱਚਾ ਜਿਹੜਾ ਹੋਏ, ਕਿਸੇ ਦੇ ਦਿਲ ਨੂੰ ਸੋਹਣਾ ਲੱਗਣਾ ਚਾਹੀਦਾ, ਲੋਕੀ 30,000 ਵੀ ਦੇ ਜਾਂਦੇ ਨੇ। ਜੀ, ਸ਼ੌਕ ਦਾ ਮੁੱਲ ਕੋਈ ਨਹੀਂ। ਸ਼ੌਕ ਦਾ ਮੁੱਲ ਕੋਈ ਨਹੀਂ, ਬਿਲਕੁਲ। ਤੇ ਇਸ ਟਾਈਮ ਟੋਟਲ ਤੁਹਾਡੇ ਕੋਲ ਕਿੰਨੇ ਜਾਨਵਰ ਨੇ ਛੋਟੇ ਮੋਟੇ? ਸਾਡੇ ਕੋਲ ਇਸ ਟਾਈਮ ਛੋਟੇ ਮੋਟੇ ਜਾਨਵਰ ਨੇ 90 ਆ ਸਾਰੇ ਜਿਹੜੇ। ਤੇ ਬੱਕਰੀਆਂ ਕਿੰਨੀਆਂ ਨੇ ਵੱਡੀਆਂ? ਵੱਡੀਆਂ ਬੱਕਰੀਆਂ ਨੇ 60। ਠੀਕ ਹੈ। ਬਾਕੀ ਕੋਈ ਪੱਠਾ ਨੇ, ਕੋਈ ਬੱਚੇ ਨੇ। ਇੰਨਾ ਕੁ ਮਾਲ ਰੱਖਿਆ ਹੋਏ, ਹਾਂਜੀ। ਦੁੱਧ ਕਿੰਨੇ ਕੁ ਦਾ ਤੁਹਾਨੂੰ ਬਚਤ ਦੇਈ ਜਾਂਦਾ ਹੈ, ਤੇ ਮਾਲ ਤੁਸੀਂ ਛੋਟੇ ਬੱਚੇ ਕਿੰਨੇ ਕੁ ਦੇ ਸੇਲ ਕਰ ਲੈਂਦੇ ਹੋ ਹਰ ਮਹੀਨੇ ਜਾਂ ਸਾਲ 'ਚ? ਉਹ ਨਾਲੋਂ ਨਾਲ ਯਾਰ ਖਾਦੇ ਜਾਂਦੇ ਨੇ, ਹਾਂ ਕਦੇ ਇਹਨਾਂ ਦਾ ਹਿਸਾਬ ਨਹੀਂ ਕੱਢਿਆ। ਠੀਕ ਹੈ। ਹਾਂਜੀ, ਜ਼ਰੂਰਤ ਜਦੋਂ ਹੋਏ ਰੱਬ ਸਾਡੀ ਪੂਰੀ ਕਰਦਾ, ਹਾਂ ਕਿਸੇ ਦੇ ਅੱਗੇ ਜਾ ਕੇ ਹੱਥ ਨਹੀਂ ਕਰਨਾ। ਤੇ ਜਿਹੜੇ ਭਾਈ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਕੋਈ ਜਾਨਵਰ ਲੈਣਾ ਚਾਹੁੰਦੇ ਨੇ ਜਾਂ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ, ਭਾਈਆਰਾਂ ਦਾ ਮੋਬਾਈਲ ਨੰਬਰ? 0347 75 77 061। ਇਹਦੇ ਤੇ WhatsApp ਵੀ ਹੈ ਜਾਂ ਕਿ ਸਾਦਾ? WhatsApp ਵੀ ਹੈ ਇਹਦੇ ਤੇ। ਅੱਛਾ, ਯਾਨੀ WhatsApp ਦੀ ਸਹੂਲਤ ਵੀ ਮੌਜੂਦ ਹੈ। ਅਗਰ ਕੋਈ ਜਾਨਵਰ ਲੈਣਾ ਚਾਹੇ, ਤੁਸੀਂ ਉਹਨੂੰ ਕੋਈ ਤਸਵੀਰ ਵਗੈਰਾ ਵੀਡੀਓ ਸੈਂਡ ਕਰ ਸਕਦੇ ਹੋ। ਲੋ ਵਕਾਸ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜੀ ਕੀਮਤੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।